ਵਾਹਿਗੁਰੂ ਜੀ ਕੀ ਫਤਿਹ। ਤੋਹੇ ਮੋਹੇ ਮੈਂ ਭੇਦ ਨ ਰਹਿਓ, ਇੱਕ ਸਰੂਪ ਦਾ ਦੋਨੋਂ ਲਹਿਓ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਜਾਂ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਕੋਲ ਬੁਲਾ ਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਨੂੰ, ਕਿਉਂਕਿ ਉਸ ਟਾਈਮ ਤੇ ਸਿੱਖ ਨੇ, ਆਪਣੇ ਸਿੱਖ ਨੂੰ ਇਹ ਗੱਲ ਕਹਿਣ ਲੱਗੇ ਕਿ ਤੁਹਾਡੇ ਵਿੱਚ ਤੇ ਸਾਡੇ ਵਿੱਚ ਹੁਣ ਕੋਈ ਭੇਦ ਕੋਈ ਨਹੀਂ ਬਚਿਆ। ਤੁਸੀਂ ਸਾਡੀ ਸਿੱਖਿਆ ਨੂੰ ਸਮਝਿਆ, ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਰਹਿ ਕੇ ਬੜੀ ਲੰਮੇ ਸਮੇਂ ਤੋਂ ਸੇਵਾ ਨਿਭਾਈ ਹੈ, ਆਪਣੇ ਆਪ ਨੂੰ ਜਨਾਇਆ ਨਹੀਂ। ਤੁਸੀਂ ਗੁਰੂ ਨਾਨਕ ਦੇ ਘਰ ਦੇ ਸੇਵਕ ਬਣ ਕੇ ਰਹੇ ਜੇ ਤੇ ਇਸ ਕਰਕੇ ਸਾਡਾ ਮਾਨਿਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਹੁਣ ਨਿਵਾਜਣਾ ਆ। ਸਿੱਖ ਗੁਰੂ ਦਾ ਹੀ ਰੂਪ ਜੇ ਚੇਤੇ ਰੱਖਿਓ। ਤਾਂ ਹੀ ਤੇ 10ਵੇਂ ਜਾਮੇ ਦੇ ਵਿੱਚ ਇਹ ਬਚਨ ਕਹੇ ਸਨ, ਖਾਲਸਾ ਮੇਰੋ ਰੂਪ ਹੈ ਖਾਲਸਾ, ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪਹਿਲੀ ਉਲਟੀ ਗੰਗ ਵਹਾਈ ਹੈ ਦੁਨਿਆਈ ਆਖਿਆ ਕਿ ਕਿਉਂ ਨਾ ਆਪਣੇ ਚੇਲੇ ਨੂੰ ਆਪਣੀ ਜਗ੍ਹਾ ਤੇ ਬਿਠਾ ਦੇਣਾ। ਇਹ ਦੁਨੀਆ ਦੇ ਵਿੱਚ, ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ। ਨਹੀਂ ਤੇ ਗੁਰੂ ਗੁਰੂ ਰਹਿੰਦਾ ਸੀ, ਭਾਵੇਂ ਮਰ ਵੀ ਜਾਂਦਾ ਗੁਰੂ ਗੁਰੂ ਹੀ ਰਹਿੰਦਾ ਸੀ, ਚੇਲਾ ਚੇਲਾ ਹੀ ਰਹਿੰਦਾ ਸੀ। ਪਰ ਇਹ ਕੰਮ ਉਲਟਾ ਹੋ ਗਿਆ। ਕਿਵੇਂ? ਗੁਰੂ ਨਾਨਕ ਸਾਹਿਬ ਜੀ ਆਪ ਸਿੱਖ ਬਣ ਗਏ, ਆਪਣੇ ਸਿੱਖ ਨੂੰ ਗੁਰੂ ਬਣਾ ਦਿੱਤਾ। ਤਾਂ ਹੀ ਤੇ ਕਿਹਾ ਆਪੇ ਗੁਰ ਚੇਲਾ, ਆਪੇ ਗੁਰੂ ਹੈ ਤੇ ਆਪੇ ਹੀ ਚੇਲਾ ਹੈ, ਨਿਵਾਜ ਦਿੱਤਾ। ਹੁਣ ਇੱਥੇ ਵੀ ਉਹ ਘਟਨਾ ਘਟਣ ਲੱਗੀ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਹਿੰਦੇ ਤੋ ਮੈਂ ਮੋਹ ਮੈਂ ਭੇਦ ਨਾ ਰਹੇ ਹੋ। ਕਹਿਣ ਲੱਗੇ ਹੁਣ ਤੁਹਾਡੇ ਵਿੱਚ ਤੇ ਸਾਡੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਹੈ। ਸਾਡੇ ਆਪਾਂ ਦੋਨੇ ਜਿਹੜੇ ਉਹ ਇੱਕ ਸਰੂਪ, ਇੱਕ ਸੋਚ ਦੇ ਮਾਲਕ ਹੋ ਚੁੱਕੇ ਹਾਂ। ਜਲ ਕੋ ਬਰਿਓ ਹੋਤ ਘਟ ਜੈਸੇ, ਪਰੇ ਉਦਦ ਲੈ ਇਕਤਾ ਤੈਸੇ। ਕਹਿਣ ਲੱਗੇ ਵੀ ਇੱਕ ਘੜਾ ਜਿਵੇਂ ਪਾਣੀ ਦਾ ਭਰਿਆ ਹੋਵੇ ਤੇ ਉਸ ਇੱਕ ਘੜੇ ਨੂੰ ਆਪਾਂ ਸਮੁੰਦਰ ਦੇ ਵਿੱਚ ਡੋਲ ਦਈਏ, ਦਰਿਆ ਦੇ ਵਿੱਚ ਪਾ ਦਈਏ, ਵਗਦੀ ਹੋਈ ਨਦੀ ਦੇ ਵਿੱਚ ਪਾ ਦਈਏ, ਤੇ ਉਹ ਜਿਹੜਾ ਘੜੇ ਵਾਲਾ ਪਾਣੀ ਹੈ ਨਾ, ਜਿਹੜਾ ਸਮੁੰਦਰ ਦੇ ਵਿੱਚ ਡੋਲਿਆ ਆ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦਾ, ਸਮੁੰਦਰ ਦਾ ਰੂਪ ਹੋ ਜਾਂਦਾ। ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਘੜੇ ਵਾਲਾ ਪਾਣੀ ਵੱਖਰਾ ਵਗਦਾ ਪਿਆ ਤੇ ਸਮੁੰਦਰ ਦਾ ਪਾਣੀ ਵੱਖਰਾ ਵਗਦਾ ਪਿਆ, ਨਦੀ ਦਾ ਪਾਣੀ ਵੱਖਰਾ ਆ ਤੇ ਘੜੇ ਦਾ ਪਾਣੀ ਵੱਖਰਾ ਨਹੀਂ। ਸਤਿਗੁਰੂ ਨੇ ਕਿਹਾ ਨਾ, ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਰੱਬ ਦੇ ਪਿਆਰੇ ਰੱਬ ਵਿੱਚ ਐ ਮਿਲ ਜਾਂਦੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਏ। ਰੱਬ ਦੇ ਵਿੱਚ ਤੇ ਉਹਨਾਂ ਦੇ ਵਿੱਚ ਭੇਦ ਨਹੀਂ ਰਹਿੰਦਾ, ਗੁਰੂ ਦੇ ਵਿੱਚ ਤੇ ਗੁਰੂ ਦੇ ਸਿੱਖ ਦੇ ਵਿੱਚ ਭੇਦ ਹੀ ਨਹੀਂ ਰਹਿੰਦਾ। ਚਿੱਤ ਰੱਖਿਆ ਜੇ ਗੁਰੂ ਕੋਲ ਨਹੀਂ ਤੇ ਸਿੱਖ ਨੂੰ ਵੇਖ ਲਈਏ, ਸਿੱਖ ਦੇ ਜੀਵਨ ਤੋਂ ਹੀ ਹਿਸਾਬ ਲਾ ਲਈਏ, ਸਿੱਖ ਦੇ ਜੀਵਨ ਤੋਂ ਅੰਦਾਜ਼ਾ ਲਾ ਲਈਏ ਵੀ ਇਹਨਾਂ ਦਾ ਗੁਰੂ ਦਾ ਜੀਵਨ ਕਿਵੇਂ ਦਾ ਹੋਏਗਾ। ਇਸ ਕਰਕੇ ਵਾਰ-ਵਾਰ ਇਹ ਜ਼ੋਰ ਦਿੱਤਾ ਜਾਂਦਾ, ਗੁਰੂ ਕਿਆ ਸਿੱਖਾ ਆਪਣੇ ਜੀਵਨ ਤੇ ਆਪਣੀ ਮਰਿਆਦਾ ਤੇ ਧਿਆਨ ਦੇ, ਕਿਉਂਕਿ ਤੇਰੇ ਤੇ ਬੜੀ ਵੱਡੀ ਜ਼ਿੰਮੇਵਾਰੀ ਆ, ਤੇਰੇ ਤੇ ਬੜੀ ਵੱਡੀ ਕਲਗੀਆਂ ਵਾਲੇ ਨੇ ਆਸ ਲਾਈ ਆ, ਤੈਨੂੰ ਆਪਣਾ ਰੂਪ ਕਿਹਾ ਆ, ਤੈਨੂੰ ਵੇਖੇਗਾ ਕੋਈ ਤੇ ਤੈਨੂੰ ਵੇਖ ਕੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਨਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਕਿਸੇ ਨੇ ਪੁੱਛ ਲਿਆ ਕਲਗੀਆਂ ਵਾਲੇ ਨੂੰ, ਮਾਲਕਾ 4 ਸਾਹਿਬਜ਼ਾਦੇ ਤੇਰੇ ਸ਼ਹਾਦਤ ਦਾ ਜਾਮ ਪੀ ਗਏ, ਜਿੱਥੇ ਤੂੰ ਗੁਰੂ ਹੈ, ਜਿੱਥੇ ਤੂੰ ਦਾਤਾ ਆ, ਜਿੱਥੇ ਤੂੰ ਦਾਨੀ ਆ, ਉੱਥੇ ਇੱਕ ਬਾਪ ਵੀ ਹੈ। ਜੇ ਤੇਰਾ ਜੀ ਕਰੇ, ਤੁਹਾਡਾ ਜੀ ਕਰੇ ਵੀ ਮੈਂ ਆਪਣੇ ਪੁੱਤ ਨੂੰ ਵੇਖਣਾ, ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੇਖਣਾ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੇਖਣਾ, ਸਾਹਿਬਜ਼ਾਦਾ ਜੋਰਾਵਰ ਸਿੰਘ ਨੂੰ ਵੇਖਣਾ, ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵੇਖਣਾ, ਕਿੱਥੋਂ ਵੇਖੇਗਾ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਤਾ ਕੀ ਕਿਹਾ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਜਿਨ੍ਹਾਂ ਸਿੱਖਾਂ ਦੀ ਜ਼ਮੀਰ ਨੂੰ ਜਿਉਂਦਾ ਰੱਖਣ ਵਾਸਤੇ, ਜਿਨ੍ਹਾਂ ਵਾਸਤੇ ਮੈਂ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਆਪਣੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਵਾਰ ਦਿੱਤਾ ਆ, ਮੈਂ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਵੇਖਾਂਗਾ, ਉਹਨਾਂ ਦੇ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਵੇਖਾਂਗਾ। ਜਦੋਂ ਮੇਰਾ ਸਿੱਖ ਜਾ ਰਿਹਾ ਹੋਏਗਾ ਤੇ ਮੇਰੇ ਸਿੱਖ ਦੇ ਪੁੱਤ ਨੇ ਆਪਣੇ ਬਾਪ ਦੀ ਉਂਗਲੀ ਫੜੀ ਹੋਏਗੀ ਤੇ ਉਹ ਪੂਰੇ ਦਾ ਪੂਰਾ ਖੰਡੇ ਬਾਟੇ ਦੀ ਪਾਉ ਲੈ ਕੇ ਪੂਰੇ ਦਾ ਪੂਰਾ ਮਰਿਆਦਾ ਵਿੱਚ ਹੋਏਗਾ, ਮੈਂ ਇਹ ਸਮਝਾਂਗਾ ਕਿ ਉਹ ਮੇਰਾ ਫਤਿਹ ਸਿੰਘ ਜਾ ਰਿਹਾ। ਐਡਾ ਮਾਣ ਕੀਤਾ ਸਤਿਗੁਰੂ ਨੇ ਸਾਡੇ ਤੇ।
ਤੇ ਅਸੀਂ ਕੀ ਕੀਤਾ? ਫਿਰ ਉੱਥੇ ਹੀ ਆ ਜਾਈਏ। ਅਸੀਂ ਕੀ ਕੀਤਾ? ਅਸੀਂ ਉਸ ਮਾਣ ਨੂੰ ਸੰਭਾਲ ਕੋਈ ਨਹੀਂ ਸਕੇ। ਇੰਨਾ ਜ਼ਿਆਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਤੇ ਵਿਸ਼ਵਾਸ ਕੀਤਾ, ਭਰੋਸਾ ਕੀਤਾ, ਆਪਣੇ ਲਾਲ ਤੱਕ ਕੁਰਬਾਨ ਕਰ ਦਿੱਤੇ। ਐਡਾ ਕੋਈ ਵਿਸ਼ਵਾਸ ਕਰਦਾ ਹੈ? ਪਰ ਅਸੀਂ ਵਿਸ਼ਵਾਸ ਗਵਾ ਲਿਆ ਨਾ। ਅਸੀਂ ਆਪਣੀ ਔਲਾਦ ਨੂੰ ਨਹੀਂ ਨਾ ਸੰਭਾਲ ਸਕੇ। ਔਲਾਦ ਨੂੰ ਕੀ ਸੰਭਾਲਣਾ ਸੀ? ਅਸੀਂ ਤੇ 4 ਸਾਹਿਬਜ਼ਾਦਿਆਂ ਦਾ ਨਾਂ ਹੀ ਭੁੱਲ ਗਏ। ਗੁਰੂ ਸਾਹਿਬ ਨੇ ਕਿਹਾ ਸੀ ਮੇਰਾ ਹੀ ਰੂਪ ਹੈ, ਤੇ ਜਿਹੜਾ ਮੇਰਾ ਰੂਪ ਹੈ ਉਹਨਾਂ ਨੂੰ 5 ਪਿਆਰਿਆਂ ਦਾ ਨਾਂ ਨਹੀਂ ਪਤਾ, 10 ਗੁਰੂਆਂ ਦਾ ਨਾਂ ਨਹੀਂ ਪਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਾਰੇ ਜਾਣਕਾਰੀ ਨਹੀਂ। ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਮੇਰਾ ਰੂਪ ਆ। ਸਤਿਗੁਰੂ ਨੇ ਕਿਹਾ, ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਰੱਬ ਦੇ ਪਿਆਰੇ ਰੱਬ ਦੇ ਵਿੱਚ ਲੀਨ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਤੇ ਰੱਬ ਦੇ ਵਿੱਚ ਭੇਦ ਕੋਈ ਨਹੀਂ ਰਹਿੰਦਾ। ਹੁਣ ਇੱਥੇ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ, ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਗੁਰੂ ਅਮਰਦਾਸ ਜੀ ਕਹਿਣ ਲੱਗੇ ਹੁਣ ਤੁਸੀਂ ਤੇ ਅਸੀਂ ਦੋਨੋਂ ਇੱਕ ਹੋ ਚੁੱਕੇ ਆ। ਤੁਹਾਡੀ ਤੇ ਸਾਡੀ ਜਿਹੜੀ ਸੀ ਭਿੰਨਤਾ ਸੀ, ਜਿਹੜਾ ਸਾਡੇ ਵਿੱਚ ਵੱਖਰਾਪਨ ਸੀ, ਉਹ ਸਾਰੇ ਦਾ ਸਾਰਾ ਮੁੱਕ ਗਿਆ ਹੈ। ਤਿਮ ਸਰੂਪ ਮੇਰੋ ਇੱਕ ਹੋਵਾ, ਕਿਉ ਹੂੰ ਵੇਦ ਪਰੇ ਨੇ ਜੋਵਾ। ਕਹਿਣ ਲੱਗੇ ਹੁਣ ਇਸੇ ਤਰ੍ਹਾਂ ਸਾਡਾ ਸਵਰੂਪ ਇੱਕ ਹੋ ਗਿਆ, ਸਾਡੀ ਸੋਚ ਇੱਕ ਹੋ ਗਈ ਹੈ, ਅਸੀਂ ਹੁਣ ਇੱਕ ਹੋਏ ਹਾਂ। ਪ੍ਰੇਮ ਭਗਤ ਅਸ ਤਵ ਔਰ ਬਸੀ, ਬਸੀ ਕੀਨ ਮੋਕੋ ਕਰ ਜਿਸੀ। ਕਹਿਣ ਲੱਗੇ ਪ੍ਰੇਮਾ ਭਗਤੀ ਤੁਹਾਡੇ ਹਿਰਦੇ ਦੇ ਵਿੱਚ ਹੁਣ ਵਸ ਰਹੀ ਆ, ਤੇ ਤੁਸੀਂ ਪ੍ਰੇਮ ਕਰਕੇ ਮੈਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਭਾਈ ਜੇਠਾ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਵੇਖ ਬੱਲੂ ਦਸ਼ਿਆ ਇਸ ਦੀਨ, ਦੀਨ ਮਨਾ ਮਨਾ ਜਿਨ ਸੁਨ ਲੀਨ। ਕਹਿਣ ਲੱਗੇ ਵੀ ਭਾਈ ਬੱਲੂ ਜੀ ਕੋਲ ਨੇ, ਬਾਬਾ ਬੁੱਢਾ ਸਾਹਿਬ ਜੀ ਕੋਲ ਨੇ, ਗੁਰੂ ਕੇ ਸਿੱਖ ਕੋਲ ਨੇ। ਜਦੋਂ ਇਹ ਘਟਨਾਵਾਂ ਘਟ ਰਹੀਆਂ ਇਤਿਹਾਸ, ਬਾਬਾ ਬੁੱਢਾ ਸਾਹਿਬ ਜੀ ਵੀ ਉੱਥੇ ਨੇ, ਭਾਈ ਬੱਲੂ ਜੀ ਵੀ ਉੱਥੇ ਨੇ, ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਬੱਲੂ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ, ਤੇ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਸਮਝਾਉਣ ਲੱਗੇ। ਤੇ ਉਹਨਾਂ ਦੇ ਬਾਰੇ ਕਵੀ ਜੀ ਨੇ ਲਿਖਿਆ, ਕਹਿਣ ਲੱਗੇ ਭਾਈ ਬੱਲੂ ਜੀ, ਬਾਬਾ ਬੁੱਢਾ ਸਾਹਿਬ ਜੀ ਐਸੇ ਨੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਹੋਇਆ ਹੈ। ਲੀਨ ਪ੍ਰੇਮ ਮਨ ਜਾਹੇ ਪ੍ਰਬੀਨ, ਬੀਨ ਨਲੇਰ ਲਿਓ ਸ਼ੁਭ ਚੀਨ। ਔਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਆਓ ਤੁਸੀਂ ਮੇਰੀ ਗੱਲ ਹੈ ਜਿਹੜੀ ਉਹ ਬੜੇ ਧਿਆਨ ਦੇ ਨਾਲ ਸੁਣਨਾ ਕਰੋ। ਭਾਈ ਬੱਲੂ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਹਨ, ਕਰੋ ਸ਼ੀਗਰਿਆ ਨੋ ਮੁਝ ਬਾਸੀ, ਪਾਸੀ ਜਮ ਨੇ ਸਦਾ ਨਿਰਾਸੀ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਇਉਂ ਕਰੋ, ਇੱਕ ਤੇ ਤਾਜ਼ਾ ਪਾਣੀ ਭਰ ਕੇ ਲਿਆਓ, ਪ੍ਰਬੰਧ ਕਰੋ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਫ਼ ਸੁਥਰੇ ਵਸਤਰ ਲਿਆਓ, ਛੇਤੀ ਛੇਤੀ ਇਹ ਸਾਰੇ ਦਾ ਸਾਰਾ ਪ੍ਰਬੰਧ ਕਰਕੇ ਸਾਡੇ ਕੋਲ ਲਿਆਉਣਾ ਕਰੋ। ਮਾਲਕ ਜੀ ਕਹਿਣ ਲੱਗੇ ਜਾਮ ਨੇ ਸਦਾ ਨਿਰਾਸ਼ੀ। ਕਹਿਣ ਲੱਗੇ ਵੀ ਤੁਹਾਨੂੰ, ਮੈਨੂੰ ਪਤਾ ਆ ਵੀ ਤੁਸੀਂ ਕਦੇ ਤੁਹਾਡੇ ਜੀਵਨ ਦੇ ਵਿੱਚ ਨਿਰਾਸ਼ਤਾ ਨਹੀਂ, ਤੁਸੀਂ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਹੋਇਆ ਹੈ। ਰਾਸੀ ਸੁਖ ਪ੍ਰਾਪਤ ਅਬਿਨਾਸ਼ੀ, ਨਾਸ਼ੀ ਹੰਤਾ ਵਿਸ਼ੇ ਉਦਾਸੀ। ਕਹਿਣ ਲੱਗੇ ਤੁਹਾਡੇ ਜੀਵਨ ਦੇ ਵਿੱਚੋਂ ਹਰ ਤਰ੍ਹਾਂ ਦੇ ਵਿਸ਼ੇ ਵਿਕਾਰ ਜਿਹੜੇ ਉਹ ਨਸ ਚੁੱਕੇ ਨੇ, ਤੁਸੀਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ ਹੈ। ਰਾਮਦਾਸ ਕਰਵਾਓ ਇਸ਼ਨਾਨਾ, ਨਾਨਾ ਬਸਤਰ ਆਨ ਦੁਤਵਾਨਾ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਰਾਮਦਾਸ ਕਰਵਾਓ ਇਸ਼ਨਾਨਾ। ਸਮਝ ਗਏ ਹੋ ਵੀ ਭਾਈ ਜੇਠਾ ਜੀ ਨੂੰ, ਗੁਰੂ ਰਾਮਦਾਸ ਜੀ ਨੂੰ ਸਾਡੇ ਕੋਲ ਲਿਆਓ ਤੇ ਉਹਨਾਂ ਨੂੰ ਇਸ਼ਨਾਨ ਕਰਵਾਓ। ਪਹਿਲਾਂ ਕਿਹਾ ਵੀ ਪਾਣੀ ਭਰ ਕੇ ਲਿਆਓ, ਉਹਨਾਂ ਨੂੰ ਇਸ਼ਨਾਨ ਕਰਵਾਓ। ਨਾਲ ਕਿਹਾ ਨਾਨਾ ਵਸਤਰ ਆਣ ਦੁਤਨਾਨਾ, ਜਿਹੜੇ ਚੰਗੇ ਵਸਤਰ ਤੁਸੀਂ ਲਿਆਉਣੇ ਆ ਨਾ ਉਹਨਾਂ ਨੂੰ ਪਵਾ ਦਿਓ, ਸਾਫ਼ ਸੁਥਰੇ ਵਸਤਰ ਪਵਾਓ, ਬਿਲਕੁਲ ਉਹਨਾਂ ਦੀ ਤਿਆਰੀ ਕਰੋ। ਇਸ਼ਨਾਨ ਕਰਵਾ ਕੇ ਵਸਤਰ ਪਵਾ ਕੇ ਸਾਡੇ ਕੋਲ ਉਹਨਾਂ ਨੂੰ ਲਿਆ ਕੇ ਬਿਠਾਉਣਾ ਕਰੋ। ਚੇਤੇ ਰੱਖਿਆ ਜੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਜ਼ੁਰਗ ਹੋ ਚੁੱਕੇ ਆ, ਬਜ਼ੁਰਗੀ ਦੀ ਅਵਸਥਾ ਦੇ ਵਿੱਚ ਨੇ, ਤੇ ਤਕਰੀਬਨ 95 ਕੁ ਸਾਲਾਂ ਦੀ ਉਮਰ ਹੈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ, 100 ਸਾਲ ਦੇ ਨੇੜੇ ਹੋ ਚੁੱਕੇ ਆ। ਇਸ ਕਰਕੇ ਬਜ਼ੁਰਗ ਹੋਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਲਦੀ ਕਰੋ। ਤੇ ਨਾਲ ਅਗਲੀ ਗੱਲ ਇਹ ਵੀ ਇਹ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣਾ ਸਰੀਰ ਛੱਡਣ ਦਾ ਫੈਸਲਾ ਕਰ ਲਿਆ। ਹੁਣ ਫੈਸਲਾ ਕਰ ਲਿਆ ਇਸੇ ਕਰਕੇ ਤੇ ਸਤਿਗੁਰੂ ਭਾਣੇ ਆਪਣੇ ਵਾਲੀ ਘਟਨਾ ਘਟੀ ਨਾ, ਵੀ ਗੁਰੂ ਸਾਰੇ ਪਰਿਵਾਰ ਨੂੰ ਬੁਲਾ ਕੇ ਕਹਿੰਦੇ ਵੀ ਅਸੀਂ ਸਰੀਰ ਛੱਡਣ ਲੱਗੇ ਆ। ਕਿੱਡੀ ਉੱਚੀ ਅਵਸਥਾ ਹੈ ਗੁਰੂ ਦੀ। ਅਸੀਂ ਗੁਰੂ ਨੂੰ ਆਮ ਇਨਸਾਨ ਸਮਝ ਲੈਂਦੇ ਆ। ਆ ਬਾਣੀ ਹੀ ਕਹਿੰਦੀ ਪਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਪਈ ਹੈ ਵੀ ਗੁਰੂ ਜਿਹੜਾ ਆ ਨਾ ਉਹ ਆਮ ਇਨਸਾਨਾਂ ਦੇ ਵਰਗਾ ਨਹੀਂ ਹੈਗਾ। ਤਾਈ ਤੇ ਬਾਣੀ ਦੇ ਵਿੱਚ ਵਚਨ ਆਏ, ਗੁਰ ਜੈਸਾ ਨਾਹੀ ਕੁਦੇਵ, ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈ। ਨਮਸਕਾਰ ਹੈ ਐਸੇ ਗੁਰੂ ਨੂੰ
ਤਾਂ ਹੀ ਤੇ ਕਿਹਾ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦ ਵਾਰ ਵਾਰ ਜਿਨ ਮਾਨਸ ਤੇ ਦੇਵਤੇ ਦੇਵਤੇ ਕੀ। ਹੁਣ ਇਹ ਗੁਰੂ ਦੇ ਵਿੱਚ ਗੁਣ ਨੇ, ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰੱਬ ਦਾ ਰੂਪ ਨੇ। ਤਾਂ ਹੀ ਤੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੈ ਕਹਤਾ ਹੈ ਭਰਪੂਰ ਸ਼ਬਦ ਦੀ ਪਾਇਓ, ਜੇ ਸਿੱਖੈ ਸੰਗਰਿਓ ਤਤ ਹਰ ਚਰਨ ਮਿਲਾਇਓ। ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕੋਲੋਂ ਸੁਣ ਲਿਆ, ਸ਼ਬਦ ਸੁਣ ਲਿਆ, ਜਿਨ੍ਹਾਂ ਨੇ ਗਿਆਨ ਪ੍ਰਾਪਤ ਕਰ ਲਿਆ, ਰੱਬ ਦੇ ਵਿੱਚ ਲੀਨ ਹੋ ਗਏ। ਤਾਂ ਹੀ ਤੇ ਕਿਹਾ ਕਨਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਰਨ ਉਦਰ ਸਾਗਰ ਕੋ। ਕਿਆ ਨਾ ਬਾਣੀ ਦੇ ਵਿੱਚ ਬਚਨ ਆਏ। ਇਹ ਸਚਾਈ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਹਾਡੀ ਉਪਮਾ ਆ ਨਾ ਜਿਹੜੀ, ਉਹ ਬਿਆਨ ਕੋਈ ਨਹੀਂ ਕੀਤੀ ਜਾ ਸਕਦੀ। ਆ ਸੁਣਿਓ ਬਚਨ ਬੜਾ ਪਿਆਰਾ। ਗੁਰੂ ਅਮਰਦਾਸ ਜੀ ਇਸ ਟਾਈਮ ਤੇ ਸਰੀਰ ਛੱਡਣ ਦੀ ਤਿਆਰੀ ਦੇ ਵਿੱਚ ਨੇ, ਪਰ ਇੱਕ ਜ਼ਰੂਰੀ ਕੰਮ ਕਰਨ ਲੱਗੇ ਆ। ਉਹ ਕਿਹੜਾ ਆ? ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠਾ ਜੀ ਨੂੰ ਬੁਲਾ ਕੇ ਲਿਆਵੋ, ਉਹਨਾਂ ਨੂੰ ਇਸ਼ਨਾਨ ਕਰਵਾਵੋ, ਤੇ ਇਸ਼ਨਾਨ ਕਰਵਾ ਕੇ ਚੰਗੇ ਸਾਫ ਸੁਥਰੇ ਉਹਨਾਂ ਨੂੰ ਵਸਤਰ ਜਿਹੜੇ ਉਹ ਪਹਿਨਾਉਣਾ ਕਰੋ। ਪਹਿਰਾਵੋ ਨੇ ਦੇਰ ਲਗਾਵੋ, ਗਾਵੋ ਸ਼ਬਦ ਆਨੰਦ ਉਪਜਾਵੋ। ਔਰ ਸਤਿਗੁਰੂ ਜੀ ਕਹਿਣ ਲੱਗੇ ਵੀ ਦੀਵਾਨ ਸਜਾ ਲਓ, ਵਸਤਰ ਪਹਿਰਾ ਕੇ ਨਾ ਸਾਡੇ ਕੋਲ ਲਿਆਓ, ਤੇ ਦੀਵਾਨ ਸਜਣੇ ਚਾਹੀਦੇ ਆ। ਕੀ ਕਰਨਾ ਹੈ ਦੀਵਾਨਾਂ ਦੇ ਵਿੱਚ? ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਾਵੋ ਸ਼ਬਦ, ਗਾਵੋ ਸ਼ਬਦ। ਖੁਸ਼ੀ ਦਾ ਮੌਕਾ ਹੈ। ਵੈਸੇ ਅਸੀਂ ਵੀ ਖੁਸ਼ੀ ਦੇ ਮੌਕੇ ਤੇ ਪ੍ਰੋਗਰਾਮ ਕਰਨੇ ਆ। ਸਾਡਾ ਪ੍ਰੋਗਰਾਮ ਤੇ ਗੁਰੂ ਘਰ ਦਾ ਪ੍ਰੋਗਰਾਮ ਜ਼ਮੀਨ ਆਸਮਾਨ ਦਾ ਫਰਕ ਜੇ। ਸਾਡਾ ਜਦੋਂ ਖੁਸ਼ੀ ਦਾ ਸਮਾਗਮ ਹੁੰਦਾ, ਹੁਣ ਤੁਸੀਂ ਸਮਝ ਹੀ ਗਏ ਹੋਗੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਆ। ਅਸੀਂ ਟਪੂਸ਼ੀਆਂ ਮਾਰਦੇ ਆ। ਸਾਡੇ ਖੁਸ਼ੀ ਦੇ ਸਮਾਗਮ ਤੇ ਜਿੰਨਾ ਚਿਰ ਨਸ਼ਾ ਨਾ ਹੋਵੇ, ਸਾਡੇ ਖੁਸ਼ੀ ਦੇ ਸਮਾਗਮ ਤੇ ਜਿੰਨਾ ਚਿਰ ਬੇਮੁਖਤਾ ਨਾ ਹੋਵੇ, ਜਿੰਨਾ ਚਿਰ ਮਨਮਰਜ਼ੀ ਨਾ ਹੋਵੇ, ਉਹਨਾਂ ਚਿਰ ਸਾਨੂੰ ਚੰਗਾ ਹੀ ਨਹੀਂ ਲੱਗਦਾ। ਸਮਝ ਰਹੇ ਹੋ? ਮੈਂ ਤਾਂ ਕਈਆਂ ਨੂੰ ਵੇਖਿਆ, ਸੁਣਿਆ ਆਪਣੇ ਕੰਨਾਂ ਦੇ ਨਾਲ। ਕਈ ਜੇ ਕੋਈ ਐ ਵਧੀਆ ਕਰਨਗੇ ਨਾ ਸਮਾਗਮ ਦੇ ਤੌਰ ਤੇ ਜਾਂ ਹਨਾ ਜਾਂ ਸਾਦਾ ਕਰਨਗੇ, ਤੇ ਕਈ ਜਿਹੜੇ ਇਹੋ ਜਿਹੇ ਜਿਹੜੇ ਮਨਮੁਖ ਬੰਦੇ ਆ ਨਾ, ਜਿਹੜੇ ਟਪੂਸ਼ੀਆਂ ਮਾਰਨਾ ਤੇ ਨਸ਼ਾ ਕਰਕੇ ਕੁਝ ਕਰਨਾ ਹਿਲੇ ਹੁੰਦੇ ਆ, ਜਦੋਂ ਇਹੋ ਜਿਹੇ ਪ੍ਰੋਗਰਾਮ ਤੇ ਚੱਲ ਜਾਣਗੇ ਨਾ, ਜਿਹੜਾ ਸਾਦਾ ਹੋਏਗਾ ਉੱਥੇ ਕਹਿਣਗੇ ਆਨੰਦ ਹੀ ਨਹੀਂ ਆਇਆ, ਸਵਾਇਆ ਦਾ ਤੇ ਸਵਾਦ ਹੀ ਨਹੀਂ ਆਇਆ। ਉਹ ਇਸ ਚੀਜ਼ ਨੂੰ ਸਮਝਦੇ ਆ ਖੁਸ਼ੀ ਵੀ ਰੱਜ ਕੇ ਨਸ਼ਾ ਕਰ ਲਓ, ਜਿੰਨਾ ਪਾਪ ਹੋ ਸਕਦਾ, ਜਿੰਨਾ ਮਾੜਾ ਕੁਝ ਹੋ ਸਕਦਾ। ਮੈਂ ਤੇ ਬੇਨਤੀ ਕਰਾਂ, ਜੇ ਕਿਸੇ ਨੇ ਵੇਖਣਾ ਨਾ ਵੀ ਨਰਕ ਕਿੱਥੇ ਆ, ਸੱਚੀ ਗੱਲ ਕਹਾਂ ਨਰਕ ਕਿੱਥੇ ਆ, ਤੇ ਤੁਸੀਂ ਪੈਲਸ ਦੇ ਵਿੱਚ ਹੁੰਦਾ ਹੋਇਆ ਵਿਆਹ ਵੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਅੱਤ ਦੇ ਨਸ਼ੇੜੀ, ਅੱਤ ਦੇ ਵਿਸ਼ਈ। ਸਮਝ ਰਹੇ ਹੋ? ਉਸੇ ਕੋ ਤੁਹਾਨੂੰ ਬਹੁਤ ਇੱਕ ਅੱਧਾ ਬੰਦਾ ਮਿਲੇਗਾ ਜਿਹੜਾ ਤੁਹਾਨੂੰ ਚੱਜ ਦੀ ਕੋਈ ਗੱਲ ਕਰਦਾ, ਕੋਈ ਰੱਬ ਦੀ ਗੱਲ ਕਰਦਾ ਮਿਲੇਗਾ, ਨਹੀਂ ਤਾਂ ਬਾਕੀ ਸਾਰੇ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੁੰਦਾ ਉੱਥੇ। ਨਾਚ ਹੋ ਰਿਹਾ ਡਾਂਸਰਾਂ ਦਾ, ਉੱਥੇ ਡੀਜੇ ਲੱਗਿਆ ਹੋਇਆ, ਇੱਕ ਪਾਸੇ ਬੀਬੀਆਂ ਦਾ ਟੇਬਲ ਲਾਇਆ, ਸ਼ਰਾਬ ਵਰਤਾ ਰਹੀਆਂ ਨੇ, ਜਿਵੇਂ ਅੱਜ ਕੱਲ ਮਾਹੌਲ ਚੱਲਦੇ ਆ। ਸਮਝ ਰਹੇ ਹੋ? ਪਰ ਗੁਰੂ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਖੁਸ਼ੀ ਦਾ ਮੌਕਾ ਭਾਵੇਂ ਅਸੀਂ ਸਰੀਰ ਛੱਡਣਾ ਰੱਬ ਦੇ ਘਰ ਦੇ, ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਸਾਨੂੰ ਰੋਇਓ ਨਾ। ਕਿਉਂ? ਕਿਉਂਕਿ ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਜਿਹਨੂੰ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ ਨਾ, ਉਹ ਮਿੱਤਰ ਰੋਂਦਾ ਨਹੀਂ, ਉਹ ਖੁਸ਼ ਹੁੰਦਾ। ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਤੁਸੀਂ ਵੀ ਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਸਾਨੂੰ ਰੱਬ ਦੇ ਘਰ ਚੋਂ ਸਰੋਪਾ ਮਿਲਣਾ ਜੇ, ਅਸੀਂ ਜੀਵਨ ਸਵਾਰ ਕੇ ਚੱਲੇ ਆ, ਤੁਸੀਂ ਖੁਸ਼ ਹੋਵੋ। ਪਹਿਲੀ ਗੱਲ ਇਹ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਉਤਸਵ ਹੈ, ਖੁਸ਼ੀ ਦਾ ਮੌਕਾ ਆ। ਸਰੀਰ ਛੱਡਣਾ ਇਹ ਵੀ ਉਤਸਵ ਹੈ। ਅਸੀਂ ਰੱਬ ਦੇ ਵਿੱਚ ਲੀਨ ਹੋਣਾ, ਜੀਵਨ ਸਵਾਰ ਕੇ ਚੱਲੇ ਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦਰਗਾਹ ਦੇ ਵਿੱਚ ਜਾਣ ਲੱਗਾ, ਜੀਵਨ ਸਵਾਰ ਕੇ ਜਾਣ ਲੱਗਾ। ਬੜਾ ਪਿਆਰਾ ਵਚਨ ਹੈ। ਸਤਿਗੁਰੂ ਜੀ ਕਹਿਣ ਲੱਗੇ ਗਾਵੋ ਸ਼ਬਦ, ਸ਼ਬਦ ਗਾਵੋ, ਕੀਰਤਨ ਕਰੋ ਤੇ ਆਨੰਦ ਉਪਜਾਵੋ। ਕਹਿਣ ਲੱਗੇ ਜੀਵਨ ਦੇ ਵਿੱਚ ਉਤਸ਼ਾਹ ਜਿਹੜਾ ਆ ਉਹ ਵਧਾਉਣਾ ਕਰੋ। ਅਬਰ ਸੋਜ ਤਿਆਰੀ ਕਰ ਦੇ, ਦੇ ਤਜਨ ਕੋ ਸਮਾ ਲਖੇ। ਪਰ ਅਗਲੀ ਗੱਲ, ਦੋ ਗੱਲਾਂ ਕਹੀਆਂ, ਕਿਉਂਕਿ ਧਿਆਨ ਨਾਲ ਸੁਣਨਾ ਜੇ ਇਹ ਇਤਿਹਾਸ। ਪਹਿਲੀ ਗੱਲ ਕਹੀ ਵੀ ਅਸੀਂ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਦੇਣੀ ਆ। ਸਾਰੇ ਦਾ ਸਾਰਾ ਨੂੰ ਇਸ਼ਨਾਨ ਕਰਵਾ ਕੇ ਲਿਆਓ, ਕੱਪੜੇ ਪਵਾ ਕੇ ਲਿਆਓ, ਸ਼ਬਦ ਗਾਵੋ। ਦੂਜੀ ਕੀ ਆ? ਕਹਿੰਦੇ ਅਪਰ ਸੋਜ ਤਿਆਰੀ ਕਰ ਲਿਆਵੋ। ਕਹਿੰਦੇ ਬਾਕੀ ਸਾਰੇ ਦਾ ਸਾਰਾ ਜਿਹੜਾ ਸਮਗਰੀ ਹੈ, ਸਮਗਰੀ
ਉਹ ਲਿਆਓ। ਦੇ ਤਜਨ ਕੋ ਸਮਾਂ ਲਖੇ, ਵੀ ਸਾਡਾ ਹੁਣ ਸਰੀਰ ਛੱਡਣ ਦਾ ਸਮਾਂ ਪ੍ਰਬੰਧ ਕਰੋ। ਦੋ ਚੀਜ਼ਾਂ ਹੋ ਰਹੀਆਂ। ਭਾਈ ਭਿਖਾਰੀ ਜੀ ਦੀ ਸਾਗੀ ਤੁਸੀਂ ਸੁਣੀ ਆ। ਇੱਕ ਪਾਸੇ ਵਿਆਹ ਵਾਲਾ ਮਾਹੌਲ ਹੈ, ਦੂਜੇ ਪਾਸੇ ਆਪ ਹੀ ਉਹ ਸਭ ਦੀ ਤਿਆਰੀ ਕਰ ਰਿਹਾ, ਆਪ ਹੀ ਉਹ ਆਪਣੇ ਘਰ ਦੇ ਵਿੱਚ ਅਰਥੀ, ਆ ਜਿਹੜੀਆਂ ਨਾ ਬੇਨਤੀ ਕਰਾਂ ਅਰਥੀਆਂ ਜਿਹਦੇ ਤੇ ਮੁਰਦੇ ਨੂੰ ਰੱਖਿਆ ਜਾਂਦਾ, ਇਹ ਸ਼ਮਸ਼ਾਨ ਘਾਟਾਂ ਦੇ ਵਿੱਚ ਹੋਣੀ ਪੱਕੀਆਂ ਬਣੀਆਂ। ਸਮਝ ਰਹੇ ਹੋ? ਜਦੋਂ ਥੋੜਾ ਜਿਹਾ ਪਿੱਛੇ ਜਾਵਾਂਗੇ ਨਾ, ਇਹ ਮੌਕੇ ਤੇ ਤਿਆਰ ਕਰਦੇ ਹੁੰਦੇ ਸੀ। ਮੌਕੇ ਤੇ ਜਦੋਂ ਕਿਸੇ ਨੇ ਚੜ੍ਹਾਈ ਕਰ ਜਾਣਾ ਤੇ ਉਹਦੇ ਵਾਸਤੇ ਉਦੋਂ ਹੀ ਅਰਥੀ ਫੱਟੇ ਦੀ ਜਾਂ ਲੱਕੜਾਂ ਦੀ ਜੋੜ ਕੇ ਤਿਆਰ ਕੀਤੀ ਜਾਂਦੀ ਸੀ, ਜਿਹਦੇ ਤੇ ਚੁੱਕ ਕੇ ਲਿਜਾਣਾ ਆ। ਸਮਝ ਰਹੇ ਹੋ? ਮੁਰਦੇ ਨੂੰ ਹੁਣ ਪੱਕੀਆਂ ਬਣਾ ਕੇ ਰੱਖ ਲੀਆਂ, ਕਿਸੇ ਨੇ ਸਟੀਲ ਦੀਆਂ ਬਣਾ ਕੇ ਰੱਖ ਲੀਆਂ ਹਨਾ, ਕਿਸੇ ਨੇ ਸਿਲਵਰ ਦੀਆਂ, ਇਸ ਤਰ੍ਹਾਂ ਕਰਕੇ ਵੀ ਹੁਣ ਟਾਈਮ ਤੇ ਮੌਕੇ ਤੇ ਸਾਡੇ ਕੋਲ ਸਮਾਂ ਨਹੀਂ ਹੁੰਦਾ। ਮੈਂ ਤੇ ਹੋਰ ਬੇਨਤੀ ਕਰਾਂ, ਅੱਜ ਕੱਲ ਤੇ ਭਾਵੇਂ ਸ਼ਮਸ਼ਾਨ ਘਾਟ ਦੇ ਵਿੱਚ ਸਾਨੂੰ ਲੱਕੜਾਂ ਮੁੱਲ ਮਿਲਦੀਆਂ। ਜਦੋਂ ਕੋਈ ਪਿੰਡ ਦੇ ਵਿੱਚੋਂ ਥੋੜਾ ਜਿਹਾ ਅੱਜ ਤੋਂ 30-40 ਸਾਲ ਪਿੱਛੇ ਚੱਲ ਜਾਓ, ਪਿੰਡ ਦੇ ਵਿੱਚ ਕੋਈ ਚੜ੍ਹਾਈ ਕਰ ਜਾਂਦਾ ਹੁੰਦਾ ਸੀ ਨਾ, ਤੇ ਪਿੰਡ ਦਾ ਹਰੇਕ ਘਰ ਆਪਣੇ ਘਰੋਂ ਇੱਕ ਇੱਕ ਲੱਕੜ ਦਿੰਦਾ ਹੁੰਦਾ ਸੀ। ਪਤਾ ਤੁਹਾਨੂੰ? ਇੱਕ ਇੱਕ ਲੱਕੜ, ਔਰ ਕਹਿ ਕੇ ਵੀ ਸਾਡੇ ਘਰ ਦੀ ਵੀ ਲੱਕੜ ਲੈ ਜਾਓ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਅੱਜ ਇਹਨਾਂ ਨੂੰ ਲੱਕੜ ਦੇਾਂਗੇ, ਕੱਲ ਨੂੰ ਸਾਡਾ ਵੀ ਤੇ ਆ ਸਮਾਂ ਆਉਣਾ, ਸਾਨੂੰ ਵੀ ਇਹ ਦੇਣਗੇ। ਕਿੱਡੀ ਵਧੀਆ ਪਰੰਪਰਾ ਸੀ। ਇਹਨੂੰ ਮੈਂ ਵਧੀਆ ਤਾਂ ਕਹਿ ਰਿਹਾ ਕਿਉਂਕਿ ਸਾਡੇ ਮਨ ਦੇ ਵਿੱਚ ਚੱਲਦਾ ਸੀ ਵੀ ਇੱਕ ਦਿਨ ਸਾਡੇ ਤੇ ਵੀ ਇਹ ਆਉਣਾ। ਮੁੱਲ ਨਹੀਂ ਸੀ ਕੋਈ ਖਰੀਦਦਾ, ਲੱਕੜਾਂ ਮੁੱਲ ਖਰੀਦਦੇ ਨਹੀਂ ਸੀ ਹੁੰਦੇ, ਲੱਕੜਾਂ ਤਾਂ ਆਮ ਹੁੰਦੀਆਂ ਸਨ। ਆ ਸਿਲੰਡਰ ਸੁਣ ਤੇ ਹੁਣ ਆਏ ਨੇ, ਤਾਂ ਲੱਕੜ ਹੁੰਦੀ ਸੀ ਘਰ ਦੇ ਵਿੱਚ, ਹਰੇਕ ਘਰ ਦੇ ਵਿੱਚੋਂ ਲੱਕੜਾਂ ਲੈ ਕੇ ਜਾਂਦੇ ਸਨ। ਤੇ ਹੋਰ ਗੱਲ ਸੁਣ ਲਓ, ਪਿੰਡ ਦੇ ਵਿੱਚ ਜੇਕਰ ਕਿਸੇ ਨੇ ਚੜ੍ਹਾਈ ਕਰ ਜਾਣਾ ਨਾ, ਤੇ ਹਰੇਕ ਘਰ ਦਾ ਇੱਕ ਜੀ ਅੰਤਮ ਯਾਤਰਾ ਤੇ ਨਾਲ ਜਾਂਦਾ ਹੁੰਦਾ ਸੀ ਸ਼ਮਸ਼ਾਨ ਘਾਟ ਤੱਕ। ਕੁਛ ਮਰਜ਼ੀ ਹੋ ਜੇ, ਕਹਿੰਦੇ ਜ਼ਰੂਰ ਜਾਣਾ। ਇਤਫਾਕ ਬੜਾ ਸੀ ਲੋਕਾਂ ਦੇ ਵਿੱਚ। ਅੱਜ ਤੇ ਸਕੇ ਨਹੀਂ ਆਉਂਦੇ, ਬਗਾਨਿਆਂ ਨੇ ਤੇ ਕੀ ਹੋਣਾ, ਸੱਚੀ ਗੱਲ ਹੈ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਸਮੱਗਰੀ ਤਿਆਰ ਕਰੋ। ਹੁਣ ਸਮੱਗਰੀ ਦਾ ਮਤਲਬ ਇਹੀ ਸੀ ਵੀ ਘਿਓ ਦੀ ਤਿਆਰੀ ਕਰ ਲਓ ਹਨਾ, ਲੱਕੜੀ ਦੀ ਤਿਆਰੀ ਕਰ ਲਓ, ਅਰਥੀ ਦੀ ਤਿਆਰੀ ਕਰ ਲਓ, ਸ਼ਮਸ਼ਾਨ ਜਿੱਥੇ ਸਾਡਾ ਅੰਤਮ ਸੰਸਕਾਰ ਕਰਨਾ ਉਸ ਅੰਗੀਠਾ ਤਿਆਰ ਕਰੋ। ਇਹ ਸਾਰੇ ਦਾ ਸਾਰਾ ਸਤਿਗੁਰੂ ਜੀ ਨੇ ਪਹਿਲਾਂ ਕਿਹਾ ਗੁਰਤਾ ਗੱਦੀ ਦੀ ਤਿਆਰੀ ਕਰੋ, ਅਸੀਂ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠਾ ਜੀ ਨੂੰ ਦੇਣੀ ਹੈ। ਨਾਲ ਹੀ ਕਹਿ ਦਿੱਤਾ ਵੀ ਸਾਡੇ ਅੰਤਮ ਸਮੇਂ ਦੀ ਜਿਹੜੀ ਸਾਰੀ ਦੀ ਸਾਰੀ ਜਾਂ ਅੰਤਮ ਸੰਸਕਾਰ ਦੀ ਸਾਰੀ ਤਿਆਰੀ, ਉਹਦੀ ਵੀ ਜਿਹੜੀ ਹੈ ਉਹ ਤੁਸੀਂ ਕਰਨਾ ਕਰੋ। ਸੁਨ ਕਰ ਬੱਲੂ ਏਮ ਗੁਰ ਜੀਤੇ ਮਨ ਇੰਦਰੈ ਜਨ ਨੀਤੇ। ਭਾਈ ਬੱਲੂ ਜੀ ਨੇ ਇਹ ਗੁਰੂ ਅਮਰਦਾਸ ਜੀ ਤੋਂ ਸੁਣਿਆ, ਤੇ ਭਾਈ ਬੱਲੂ ਜੀ ਦਾ ਜੀਵਨ ਬੜਾ ਉੱਚਾ ਹੈ। ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ, ਗੁਰੂ ਦੇ ਨਾਲ ਰਹਿ ਕੇ ਆਪਣੇ ਇੰਦਰੀਆਂ ਦੇ ਉੱਪਰ ਕਾਬੂ ਪਾਇਆ ਹੋਇਆ। ਗੁਰੂ ਸਾਹਿਬ ਨੇ ਕਿਹਾ ਨਾ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਤੇ ਅਗਲੀ ਗੱਲ ਆਤਮ ਜਿਨਾ ਹੈ, ਜਿਹਨੇ ਆਪਣੇ ਆਪੇ ਨੂੰ ਜਿੱਤ ਲਿਆ। ਬੜਾ ਔਖਾ ਜੇ ਆਪਣੇ ਇੰਦਰੀਆਂ ਤੇ ਕਾਬੂ ਪਾਉਣਾ, ਬੜਾ ਔਖਾ ਜੇ। ਸਾਡੀਆਂ ਅੱਖਾਂ ਤੇ ਪਲ ਦੇ ਵਿੱਚ ਇੱਧਰ ਤੇ ਪਲ ਦੇ ਵਿੱਚ ਇੱਧਰ, ਸਮਝ ਰਹੇ ਹੋ? ਮਿੰਟ ਲੱਗਦਾ। ਅੱਖਾਂ ਸਾਡੀਆਂ ਸਾਡੇ ਕਾਬੂ ਦੇ ਵਿੱਚ ਹੀ ਨਹੀਂ, ਜ਼ੁਬਾਨ ਸਾਡੀ ਸਾਡੇ ਕਾਬੂ ਦੇ ਵਿੱਚ ਹੀ ਨਹੀਂ। ਪਰ ਇਹ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖਾਂ ਨੇ ਆਪਣੇ ਇੰਦਰੀਆਂ ਤੇ ਕਾਬੂ ਪਾਇਆ ਹੋਇਆ। ਅੱਖਾਂ ਨੂੰ ਸਮਝਾਇਆ ਹੋਇਆ, ਜ਼ੁਬਾਨ ਨੂੰ ਸਮਝਾਇਆ ਹੋਇਆ, ਭਾਈ ਫालतू ਨਹੀਂ ਬੋਲਣਾ, ਗਲਤ ਨਹੀਂ ਬੋਲਣਾ, ਹਰੇਕ ਦਾ ਸਤਿਕਾਰ ਕਰਨਾ ਹੈ। ਉਹਨਾਂ ਨੂੰ ਪਤਾ ਹੈ ਸਭ ਮੈਂ ਜੋਤ ਹੈ ਸੋਈ। ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਤੋਂ ਕਵੀ ਜੀ ਨੇ ਲਿਖਿਆ, ਕਹਿਣ ਲੱਗੇ ਭਾਈ ਬੱਲੂ ਜੀ ਨੇ ਸੁਣਿਆ। ਭਾਈ ਬੱਲੂ ਜੀ ਉਹ ਨੇ ਜਿਨ੍ਹਾਂ ਨੇ ਆਪਣੇ ਇੰਦਰੀਆਂ ਦੇ ਉੱਪਰ ਕਾਬੂ ਪਾਇਆ ਹੋਇਆ। ਕਹਿਣ ਤੋਂ ਭਾਵ ਵੀ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਕੀਤਾ ਹੈ। ਅਸ ਸ਼੍ਰੀ ਰਾਮਦਾਸ ਤਿਸ ਬਾਰ ਬਿਮਲ ਤੇ ਮੱਜਤ ਚਾਰ। ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਭਾਈ ਜੇਠਾ ਜੀ ਕਹਿਣ ਲੱਗੇ ਉਸੇ ਵੇਲੇ ਉਹਨਾਂ ਨੂੰ ਸੁੰਦਰ ਨਿਰਮਲ ਜਲ ਦੇ ਨਾਲ ਜਿਹੜਾ ਉਹ ਇਸ਼ਨਾਨ ਕਰਵਾਇਆ ਗਿਆ ਹੈ। ਚਾਰ ਪਦਾਰਥ ਜਿਨ ਦਰਬਾਰ ਬਾਰ ਬਹੀਨ ਪਾਏ ਸਭ ਸਾਰ। ਔਰ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਉਪਮਾ ਕਰਦਿਆਂ ਹੋਇਆਂ ਕਵੀ ਜੀ ਨੇ ਲਿਖਿਆ, ਕਹਿਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਦਰਵਾਜ਼ੇ ਤੇ ਚਾਰ ਪਦਾਰਥ, ਧਰਮ ਅਰਥ ਕਾਮ ਮੋਖ, ਚਾਰ ਪਦਾਰਥ। ਕਹਿਣ ਲੱਗੇ ਉਹ ਹੱਥ ਜੋੜ ਕੇ ਖੜੇ ਹੋਏ ਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ। ਚਾਰ ਪਦਾਰਥ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਨਾ, ਚਾਰ ਪਦਾਰਥ ਜੇ ਕੋ ਮੰਗੈ। ਚਾਰ ਪਦਾਰਥ ਕਿਹੜੇ ਨੇ? ਧਰਮ ਅਰਥ ਕਾਮ ਮੋਖ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ।
ਚਾਰ ਪਦਾਰਥ ਕਵੀ ਜੀ ਕਹਿਣ ਲੱਗੇ ਨੇ, ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਖੜੇ ਨੇ। ਕਹਿਣ ਲੱਗੇ ਬਸ ਸਾਰੇ ਦੇ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਉਪਮਾ ਕਰ ਰਹੇ ਨੇ, ਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਦੇ, ਦੱਸੋ ਤੇ ਅਸੀਂ ਕਿਹਦਾ ਕਾਰਜ ਸਵਾਰਨਾ, ਕਿਹਦੇ ਤੇ ਕਿਰਪਾ ਕਰਨੀ ਹੈ, ਕਿਹਨੂੰ ਰੱਬ ਦੇ ਨਾਲ ਜੋੜਨਾ, ਕਿਹਨੂੰ ਮਾਲਾ ਮਾਲ ਕਰਨਾ, ਕਿਹਦੇ ਘਰ ਦੇ ਵਿੱਚ ਧਨ ਭਰਨਾ ਹੈ। ਕਵੀ ਜੀ ਲਿਖ ਰਹੇ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਖੜੇ ਹਨ। ਬੱਲੂਆਂ ਨੇ ਬਸਤਰ ਨਵੀਨ ਪਹਿਰਾਏ, ਸੂਖਮ ਦੁੱਤ ਪੀਨ। ਕਹਿਣ ਲੱਗੇ ਭਾਈ ਬੱਲੂ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਸਾਰਿਆਂ ਨੇ ਰਲ ਕੇ ਨਵੇਂ ਵਸਤਰ ਲਿਆਂਦੇ ਤੇ ਵਸਤਰ ਲਿਆ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ, ਭਾਈ ਜੇਠਾ ਜੀ ਨੂੰ ਉਹਨਾਂ ਨੇ ਪਹਿਨਾਉਣਾ ਕੀਤੇ ਹਨ। ਸ਼੍ਰੀ ਸਤਿਗੁਰ ਜੀ ਅਮਰ ਕਿਰਪਾਲੂ, ਪ੍ਰੇਮ ਸਹਿਤ ਸਨਮਾਨ ਵਿਸਾਲੂ। ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਜਾ ਕੇ ਦੱਸਤਾ ਜੀ, ਜੋ ਤੁਸੀਂ ਕਿਹਾ ਸੀ ਕਰਤਾ ਸੀ। ਮਾਲਕ ਜੀ ਅਸੀਂ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਵੀ ਕਰਵਾ ਦਿੱਤਾ ਹੈ, ਮਾਲਕ ਜੀ ਸੁੰਦਰ ਵਸਤਰ ਵੀ ਪਹਿਨਾ ਦਿੱਤੇ ਹਨ। ਕਰ ਸੋ ਪਕਰ ਆਪਨੇ ਥਾਨ, ਬੈਠਾ ਰੇ ਕੇ ਕਿਰਪਾ ਨਿਧਾਨ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਤਖਤ ਤੋਂ ਉੱਠੇ, ਆ ਸੁਣਿਓ, ਆਪਣੇ ਤਖਤ ਤੋਂ ਉੱਠੇ ਤੇ ਤਖਤ ਤੋਂ ਉੱਠ ਕੇ ਨਾ ਆਪਣੇ ਹੱਥ ਦੇ ਨਾਲ ਗੁਰੂ ਰਾਮਦਾਸ ਜੀ ਦਾ, ਭਾਈ ਜੇਠਾ ਜੀ ਦਾ ਐ ਫੜਿਆ ਹੱਥ, ਤੇ ਹੱਥ ਫੜ ਕੇ ਨਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਆਪਣੇ ਤਖਤ ਤੇ ਬਿਠਾ ਦਿੱਤਾ। ਕਿਰਤਾ ਗਤੀ ਆਪ ਬਿਠਾਇਆ। ਬੜਾ ਪਿਆਰਾ ਬਚਨ ਆ। ਕਹਿਣ ਲੱਗੇ ਕਰਸੋਂ ਪਕੜ ਆਪਣੇ ਥਾਨ ਕਰ, ਕਹਿੰਦੇ ਨੇ ਹੱਥ ਨੂੰ, ਹੱਥ ਫੜ ਕੇ ਆਪਣੇ ਥਾਂ ਤੇ ਬੈਠਾਰੇ ਕੈ ਕਿਰਪਾ ਨਿਧਾਨ, ਬਿਠਾ ਦਿੱਤਾ। ਤੇ ਕੀ ਕਿਹਾ? ਕਹਿਣ ਲੱਗੇ ਐ ਮਾਲਕ, ਐ ਕਿਰਪਾ ਦੇ ਖਜ਼ਾਨੇ, ਐ ਅਕਾਲ ਪੁਰਖ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਸੀਂ ਹੁਣ ਇੱਥੇ ਬੈਠੋ, ਤੁਹਾਡੀ ਜਗ੍ਹਾ ਇੱਥੇ ਨਹੀਂ, ਤੁਹਾਡੀ ਜਗ੍ਹਾ ਇੱਥੇ ਆ, ਤਖਤ ਤੇ ਆ। ਤਾਂ ਹੀ ਤੇ ਕਿਹਾ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਦੋਂ ਬੈਠੇ ਨਾ, ਸਤਿਗੁਰੂ ਕਾ ਖਿਵੈ ਛੰਦੋਆ। ਗੁਰੂ ਰਾਮਦਾਸ ਜੀ ਤਖਤ ਤੇ ਬੈਠੇ ਆ, ਗੁਰੂ ਅਮਰਦਾਸ ਜੀ ਨੇ ਇਹ ਕਿਰਪਾ ਕੀਤੀ, ਸਾਰੇ ਪਾਸੇ ਜੈ ਜੈਕਾਰ ਹੋ ਗਈ। ਸਾਰੀ ਸੰਗਤ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਆ, ਸਾਰੀ ਸੰਗਤ ਬੜੀ ਖੁਸ਼ ਆ। ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਆ ਇਹ ਬਖਸ਼ਿਸ਼ ਤੇ ਰਹਿਮਤ ਕੀਤੀ ਹੈ। ਜੋਤਨ ਜੋਤ ਸਬਨ ਮਹਾਰਾਜਾ, ਤਿਸੇ ਸਿੰਘਾਸਨ ਮਨੋ ਬਿਰਾਜਾ। ਕਹਿਣ ਲੱਗੇ ਜੋਤਨ ਜੋਤ ਸਬਨ ਮਹਾਰਾਜਾ, ਜਿਹੜੀ ਜੋਤ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਸੀ ਨਾ, ਉਹ ਜੋਤ ਗੁਰੂ ਰਾਮਦਾਸ ਜੀ ਦੇ ਵਿੱਚ ਪ੍ਰਵੇਸ਼ ਕਰ ਗਈ। ਇਹੀ ਤੇ ਬਾਣੀ ਨੇ ਕਿਹਾ ਨਾ, ਜੋਤ 오ਹਾ ਜੁਗਤ ਸਾਏ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਸ ਇਹ ਹੈ, ਜੋਤੀ ਜੋਤ ਦੇ ਵਿੱਚ ਰਲ ਜਾਣੀ, ਸਮਝ ਆ ਜਾਣੀ, ਗਿਆਨ ਪ੍ਰਾਪਤ ਹੋ ਜਾਣਾ। ਕਹਿਣ ਲੱਗੇ ਜੋਤਨ ਜੋਤ ਸਭਨ ਮੈਂ ਰਾਜਾ, ਤਿਸੈ ਸਿੰਘਾਸਨ ਮਨੋ ਬਰਾਜਾ। ਜਿਹੜੀ ਜੋਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਵੇਸ਼ ਹੋਈ ਨਾ, ਉਹ ਜੋਤ ਪਤਾ ਕਿਹੜੀ ਜੋਤ ਸੀ? ਵੇਖੋ ਕਵੀ ਜੀ ਨੇ ਇੱਥੇ ਲਿਖਿਆ, ਜੋਤਾਂ ਦਾ ਵੀ ਨਾ, ਜੋਤੀਆਂ ਦਾ ਵੀ ਆਪਣਾ ਇਉਂ ਕਹਿ ਲਓ ਵੀ ਉਹਨਾਂ ਦੀ ਵੀ ਕੈਟਾਗਰੀ ਹੈ। ਛੋਟੀ ਜੋਤ, ਛੋਟੀ ਜੋਤ, ਇੱਕ ਹੈ ਸਾਰਿਆਂ ਦੀ ਜੋਤ, ਮਹਾਰਾਜ ਜੋਤ, ਉੱਤਮ ਜੋਤ, ਉਹ ਹੈ ਅਕਾਲ ਪੁਰਖ ਦੀ ਜੋਤ, ਉਹ ਹੈ ਰੱਬੀ ਜੋਤ। ਉਹ ਜੋਤ, ਜਿਹੜੀ ਜੋਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਕੋਲੋਂ ਲੈ ਕੇ ਆਏ ਸਨ, ਉਹ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਪ੍ਰਵੇਸ਼ ਹੋਈ, ਉਹ ਜੋਤ ਗੁਰੂ ਅਮਰਦਾਸ ਜੀ ਦੇ ਵਿੱਚ ਪ੍ਰਵੇਸ਼ ਹੋਈ। ਤੇ ਉਹੀ ਜੋਤ, ਜੋਤ ਉਹ ਜੁਗਤ ਸਾਏ। ਸ਼ਕਾਇਆ ਫੇਰ ਪਲਟੀ ਵਾਲੀ ਗੱਲ ਹੈ, ਹੁਣ ਸ਼ਕਾਇਆ ਪਲਟ ਰਹੇ ਨੇ। ਸਰੀਰ ਪੁਰਾਣਾ ਹੋ ਗਿਆ, ਸਰੀਰ ਛੱਡਣ ਦੀ ਤਿਆਰੀ ਦੇ ਵਿੱਚ ਨੇ, ਜੋਤ ਤੇ ਜੁਗਤੀ ਨਹੀਂ ਬਦਲੀ, ਜੁਗਤੀ ਗੁਰੂ ਨਾਨਕ ਸਾਹਿਬ ਵਾਲੀ ਹੈ। ਹੁਣ ਇੱਥੇ ਕੀ ਕਿਹਾ? ਕਹਿਣ ਲੱਗੇ ਉਹ ਜੋਤ ਜਿਹੜੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਵੇਸ਼ ਜਿਹੜੀ ਹੈ ਉਹ ਹੋਈ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੇ ਬਿਰਾਜੇ ਹਨ। ਨਵਨਿਤ ਸਿੱਧਾ ਦੁਗਨ ਇਨੋ ਤੇ, ਰਿੱਧਾਂ ਪੂਰਨ ਜਗਤ ਜਿਨੋ ਤੇ। ਕਹਿਣ ਲੱਗੇ ਨਵਨਿਧੀਆਂ, ਰਿੱਧੀਆਂ, ਸਿੱਧੀਆਂ ਸਭ ਕੁਝ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੀਆਂ ਹਨ। ਸਭ ਕੋ ਪ੍ਰੇਰਕ ਨਿਤ ਬਿਨ ਲਿਬਿਓ, ਬਾਲ ਵਿਸਾਲ ਕਾਲ ਤਿਸ ਦਿਬਿਓ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਿੱਧੀਆਂ, ਸਿੱਧੀਆਂ ਸਾਰੀਆਂ ਤਾਕਤਾਂ ਜਿਹੜੀਆਂ ਨੇ ਨਾ, ਉਹਨਾਂ ਨੇ ਸਾਰਿਆਂ ਨੇ ਰਲ ਕੇ ਨਮਸਕਾਰ ਕੀਤੀ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੀਆਂ, ਹੁਕਮ ਕਰੋ, ਅਸੀਂ ਤੁਹਾਡੇ ਹੁਕਮ ਦੇ ਵਿੱਚ ਬੱਝੀਆਂ ਹੋਈਆਂ ਹਾਂ। ਹੁਣ ਬੱਲੂ ਸੋ ਕੀਨ ਬਖਾਨ, ਮੋਹਨ ਅਬਰ ਮੋਹਰੀਆਨ। ਔਰ ਇੱਥੇ ਇੱਕ ਹੁਣ ਅਗਲੀ ਘਟਨਾ ਬੜੀ ਪਿਆਰੀ ਜੇ। ਜਦੋਂ ਗੁਰੂ ਰਾਮਦਾਸ ਜੀ ਨੂੰ ਬਿਠਾ ਦਿੱਤਾ ਨਾ ਗੁਰਤਾ ਗੱਦੀ ਤੇ, ਗੁਰੂ ਅਮਰਦਾਸ ਜੀ ਨੇ,
ਤੇ ਫਿਰ ਭਾਈ ਬੱਲੂ ਜੀ ਨੂੰ ਗੱਲ ਕਹੀ, ਆਵਾਜ਼ ਮਾਰੀ, ਕਹਿਣ ਲੱਗੇ ਜੀ ਹੁਣ ਤੁਸੀਂ ਇਹ ਕੰਮ ਕਰੋ ਵੀ ਮੇਰੇ ਪੁੱਤਰਾਂ ਨੂੰ ਬੁਲਾਓ। ਹੁਣ ਜਦੋਂ ਇਹ ਸਾਰੇ ਦਾ ਸਾਰਾ ਵਾਕਿਆ ਜਾਂ ਇਹ ਘਟਨਾ ਘਟੀ ਹੋਣੀ ਆ, ਕੱਲ ਖਬਰ ਤੇ ਉਹਨਾਂ ਕੋਲ ਪਹੁੰਚ ਗਈ ਹੋਣੀ ਆ ਵੀ ਤੁਹਾਡੇ ਨਾਲ ਤੇ ਬੜਾ ਮਾੜਾ ਹੋਇਆ। ਸੁਭਾਵਕ ਜੀ ਗੱਲ ਹੈ। ਤੇ ਉਹ ਜਾਣ ਕੇ ਨਹੀਂ ਆਏ ਹੋਣੇ ਵੀ ਆਹ ਕੀ ਕਰਨ ਲੱਗਾ, ਸਾਡਾ ਬਾਪੂ ਬਜ਼ੁਰਗ ਹੋ ਗਿਆ, ਵੀ ਹੱਕ ਬਣਦਾ ਸੀ ਸਾਡਾ, ਤੇ ਸਾਡਾ ਹੱਕ ਖੋ ਕੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਕਿਉਂਕਿ ਉਹਨਾਂ ਨੂੰ ਗੁਰੂ ਪੁੱਤਰ ਹੋਣ ਦਾ ਮਾਣ ਸੀ। ਹੁਣ ਇੱਥੇ ਬੜੀ ਪਿਆਰੀ ਗੱਲ ਹੈ, ਕਹਿਣ ਲੱਗੇ ਭਾਈ ਬੱਲੂ ਜੀ ਨੂੰ ਕਿਹਾ, ਬਾਬਾ ਮੋਹਨ ਜੀ ਨੂੰ ਤੇ ਬਾਬਾ ਮੋਹਰੀ ਜੀ, ਇਹ ਦੋ ਪੁੱਤਰ ਨੇ ਗੁਰੂ ਅਮਰਦਾਸ ਜੀ ਦੇ। ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ, ਸਾਡੇ ਪੁੱਤਰਾਂ ਨੂੰ ਜਿਹੜਾ ਉਹ ਬੁਲਾ ਕੇ ਲਿਆਉਣਾ ਕਰ। ਸਭ ਸੰਗਤ ਆਵੇ ਤਿਸ ਕਾ, ਇਸ ਕਾਲ ਦਾਸ ਸਿੱਖੇ ਛੋਟੋ ਏ ਸੋ ਵਿਸਾਲ। ਸਤਿਗੁਰੂ ਜੀ ਨੇ ਕਿਹਾ ਸਾਰੀ ਸੰਗਤ ਆਵੇ, ਭਾਵੇਂ ਕੋਈ ਦਾਸ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਛੋਟਾ ਆ, ਭਾਵੇਂ ਕੋਈ ਵੱਡਾ, ਜਿਹੜਾ ਵੀ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਰਿਹਾ ਹੈ, ਗੋਇੰਦਵਾਲ ਸਾਹਿਬ ਦੀ ਘਟਨਾ ਜੇ, ਜਿਹੜਾ ਵੀ ਭਾਵੇਂ ਛੋਟਾ ਵੱਡਾ ਹਰ ਕੋਈ ਸਾਡੇ ਕੋਲ ਆਵੇ, ਭਾਵੇਂ ਸਾਡਾ ਪੁੱਤਰ ਹੈ, ਭਾਵੇਂ ਸਾਡਾ ਸਿੱਖ ਹੈ, ਹਰ ਕੋਈ ਉਹ ਸਾਡੇ ਕੋਲ ਇਸ ਸਮੇਂ ਜਿਹੜਾ ਆ ਉਹ ਆਉਣਾ ਕਰੇ। ਮੇਰੋ ਹੁਕਮ ਸੁਨਾਵਨ ਕਰੀਏ, ਸਗਲ ਹਕਾਰੋ ਬਿਲੰਪਰ ਹਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਸਾਰਿਆਂ ਨੂੰ ਜਾ ਕੇ ਕਹਿ ਦਿਓ ਵੀ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇਹ ਹੁਕਮ ਆ। ਕਵੀ ਜੀ ਨੇ ਲਿਖਿਆ, ਬੇਨਤੀ ਨਹੀਂ ਹੁਕਮ। ਕਹਿੰਦੇ ਮੇਰੋ ਹੁਕਮ ਸੁਨਾਵਨ ਕਰੀਏ, ਸਾਰਿਆਂ ਨੂੰ ਜਾ ਕੇ ਦੱਸ ਦਿਓ, ਹੁਕਮ ਕਰ ਦਿਓ ਵੀ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬੁਲਾਇਆ, ਗੁਰੂ ਅਮਰਦਾਸ ਜੀ ਦਾ ਹੁਕਮ ਆ। ਤੇ ਜਲਦੀ ਜਲਦੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਲੱਗੇ ਹੋਏ ਦੀਵਾਨਾਂ ਦੇ ਵਿੱਚ ਸਾਰੇ ਜਣੇ ਪਹੁੰਚਣ। ਤੂਰਨ ਪਠੇ ਬੁਲਾਵਨ ਠਾਨੇ, ਜੈ ਜੈ ਜਿਨ ਕੇ ਹੁਤੇ ਠਿਕਾਨੇ। ਕਹਿੰਦੇ ਛੇਤੀ ਛੇਤੀ ਬੁਲਾਵੇ, ਬੁਲਾਉਣ ਵਾਸਤੇ ਚਲੇ ਗਏ। ਜਿੱਥੇ ਜਿੱਥੇ ਕੋਈ ਦੂਰ ਬੈਠਾ ਸੀ, ਕੋਈ ਨੇੜੇ ਬੈਠਾ ਸੀ, ਹਰ ਕੋਈ ਜਿਹੜਾ ਹਾਜ਼ਰ ਸੀ, ਜਿਹੜਾ ਨਹੀਂ ਵੀ ਸੀ, ਉਹਨੂੰ ਵੀ ਬੁਲਾਉਣ ਵਾਸਤੇ ਛੇਤੀ ਛੇਤੀ ਸਾਰੇ ਜਣੇ ਸੁਨੇਹਾ ਜਿਹੜਾ ਆ ਜਿਹਨੂੰ ਮਿਲਿਆ ਉਹਨਾਂ ਨੇ ਸਾਰੇ, ਕਿਉਂਕਿ ਗੁਰੂ ਸਾਹਿਬ ਨੇ ਸਖਤ ਸ਼ਬਦਾਂ 'ਚ ਕਿਹਾ ਸੀ, ਹਰ ਥਾਂ ਤੇ ਇਹ ਜਿਹੜਾ ਸੁਨੇਹਾ ਸਾਰਿਆਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਜਿਹੜਾ ਸੁਨੇਹਾ ਛੇਤੀ ਛੇਤੀ ਹੀ ਪਹੁੰਚਿਆ ਹੈ। ਸੁਨ ਸੁਨ ਸਭ ਮੈਂ ਰੌਰਾ ਬਰਿਓ, ਚਾਹਿਸ ਗੁਰੂ ਬਿਆਨੋ ਕਰਿਓ। ਸਾਰਿਆਂ ਦੇ ਵਿੱਚ ਇਹ ਰੌਲਾ ਪੈ ਗਿਆ ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਆਨੋ ਕਰਿਓ ਦਾ ਮਤਲਬ ਹੈ ਗੁਰੂ ਸਾਹਿਬ ਜੀ ਅਕਾਲ ਚਲਾਣਾ ਕਰਨ ਲੱਗੇ ਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਛੱਡ ਕੇ ਜਾਣ ਲੱਗੇ ਆ। ਸਤਿਗੁਰੂ ਗੁਰੂ ਅਮਰਦਾਸ, ਉਹੀ ਗੱਲ ਹੈ ਨਾ, ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਰਾ ਪਰਿਵਾਰ ਸਦਾ ਲਿਆ ਜੀ ਹੁਣ ਸਾਰਾ ਹੀ ਗੋਇੰਦਵਾਲ ਸਾਹਿਬ ਧਰਤੀ ਦੇ। ਹੁਣ ਪਰਿਵਾਰ ਇਹ ਥੋੜਾ ਆ, ਵੇਖੋ ਮੈਂ ਬੇਨਤੀ ਕਰਾਂ, ਗੁਰੂ ਦਾ ਪਰਿਵਾਰ ਕਿਹੜਾ ਹੈ? ਸਾਡੇ ਚ ਭੁਲੇਖਾ ਆ ਜਾਂਦਾ ਵੀ ਗੁਰੂ ਦਾ ਪਰਿਵਾਰ ਬਾਬਾ ਮੋਹਨ ਜੀ ਨੇ, ਬਾਬਾ ਮੋਹਰੀ ਜੀ ਨੇ, ਹਨਾ, ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ, ਇਹ ਨੇ ਪਰਿਵਾਰ। ਨਹੀਂ ਨਹੀਂ, ਗੁਰੂ ਦਾ ਪਰਿਵਾਰ ਕਿਹੜਾ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਪੜ੍ਹਦੇ ਆਪਾਂ, ਚੌਪਈ ਸਾਹਿਬ, ਉਹਦੇ ਚ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੀ ਗੱਲ ਕੀਤੀ। ਸਤਿਗੁਰੂ ਨੇ ਅਰਦਾਸ ਕੀਤੀ, ਮੰਗ ਕੀਤੀ ਪਰਮਾਤਮਾ ਦੇ ਅੱਗੇ, ਮਾਲਕ ਜੀ ਮੇਰਾ ਪਰਿਵਾਰ ਵਸਦਾ ਰਹੇ, ਯਾਦ ਆ ਗਿਆ, ਮੇਰਾ ਪਰਿਵਾਰ ਵਸਦਾ ਰਵੇ ਤੇ ਸੁਖੀ ਵਸਦਾ ਰਵੇ। ਤੇ ਨਾਲੇ ਵੀ ਦੱਸਿਆ ਵੀ ਮੇਰਾ ਪਰਿਵਾਰ ਕਿਹੜਾ ਹੈ। ਕਿਧਰੇ ਇਹ ਨਾ ਸਮਝ ਲਿਆ ਜੇ ਚਾਰ ਸਾਹਿਬਜ਼ਾਦੇ ਮੇਰੇ ਪਰਿਵਾਰ ਨੇ, ਮਾਂ ਗੁਜਰ ਕੌਰ ਮੇਰਾ ਪਰਿਵਾਰ ਹੈ, ਨਾ ਨਾ ਨਾ, ਗੁਰੂ ਦਾ ਪਰਿਵਾਰ ਕਿਹੜਾ ਹੈ? ਮਾਲਕ ਜੀ ਕਹਿਣ ਲੱਗੇ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਾਰੇ ਪੜੋ, ਸੇਵਕ ਸਿੱਖ ਸਭਾ ਕਰਤ, ਮੇਰੇ ਸੇਵਕ ਤੇ ਮੇਰੇ ਸਿੱਖ, ਇਹ ਸਾਰੇ ਮਾਲਕ ਜੀ ਮੇਰਾ ਪਰਿਵਾਰ ਹੈ, ਖਾਲਸਾ ਹੀ ਮੇਰਾ ਪਰਿਵਾਰ ਹੈ, ਇਹ ਸਾਰੇ ਮੇਰੇ ਨੇ, ਬਗਾਨੇ ਨਹੀਂ ਹੈਗੇ, ਮੇਰੇ ਨੇ। ਸੇਵਕ ਸਿੱਖ ਸਭਾ ਕਰਤਾਰਾ। ਹੁਣ ਇੱਥੇ ਵੀ ਕਿਹਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਦੋਂ ਪਰਿਵਾਰ ਬੁਲਾਇਆ ਨਾ, ਅਸੀਂ ਕਈ ਵਾਰੀ ਭੁਲੇਖਾ ਖਾ ਜੰਨੇ ਆ ਵੀ ਖਣੀ ਜਿਹੜੇ ਸਕੇ ਸੰਬੰਧੀਆਂ ਦੀ ਗੱਲ ਕੀਤੀ ਜਾਂ ਪਰਿਵਾਰਕ ਨਹੀਂ ਨਹੀਂ, ਜਦੋਂ ਪਰਿਵਾਰ ਬੁਲਾਇਆ, ਪਹਿਲਾਂ ਆਪਾਂ ਕਵੀ ਜੀ ਨੇ ਲਿਖਿਆ ਸਿੱਖਾਂ ਨੂੰ ਬੁਲਾਇਆ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਉੱਥੇ ਸੇਵਕਾਂ ਨੂੰ ਬੁਲਾਇਆ, ਸਾਰੇ ਜੋ ਵੀ ਸਨ ਸਾਰਿਆਂ ਦੇ ਕੋਲ ਸੁਨੇਹਾ ਭੇਜ ਦਿੱਤਾ ਵੀ ਸਾਰੇ ਜਣੇ ਹੁਣੇ ਹੀ ਆਓ, ਇਹ ਤੁਸੀਂ ਸਾਡਾ ਪਰਿਵਾਰ ਹੋ। ਕਹਿਣ ਲੱਗੇ ਸਾਰੇ ਹੀ ਉਸ ਵੇਲੇ ਜਿੰਨੇ ਵੀ ਸਨ ਉਹਨਾਂ ਨੂੰ ਜਦੋਂ ਖਬਰ ਪਹੁੰਚੀ, ਪਤਾ ਲੱਗਿਆ ਵੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਨੂੰ ਛੱਡਣ ਲੱਗੇ ਨੇ, ਅਕਾਲ ਚਲਾਣਾ ਕਰਨ ਲੱਗੇ ਹਨ। ਰਾਮਦਾਸ ਸਤਿਗੁਰੂ ਬਨਾਏ, ਬਿਸਮਤ ਬਾਤ ਸੁਨਤ ਚਲੇ ਆਏ। ਕਹਿੰਦੇ ਇੱਕ ਤੇ ਇਹ ਪਤਾ ਲੱਗਾ ਵੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਆ, ਅਕਾਲ ਚਲਾਣਾ ਕਰਨ ਲੱਗੇ ਆ, ਤੇ ਨਾਲ ਇਹ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਨੂੰ ਆਪਣੀ ਜਗ੍ਹਾ ਤੇ ਬਿਠਾ ਦਿੱਤਾ ਆ, ਤਖਤ ਤੇ ਬਿਠਾ ਦਿੱਤਾ ਆ।
ਉਹਨਾਂ ਨੂੰ ਗੁਰਤਾ ਗੱਦੀ ਦੇ ਸਾਰੇ ਹੈਰਾਨ ਹੋ ਗਏ। ਕਿਉਂ ਹੈਰਾਨ ਹੋਏ ਭਲਾ? ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸੋਚ ਸੀ ਨਾ ਵੀ ਬਾਬਾ ਮੋਹਨ ਜੀ ਨੂੰ ਇਹ ਗੁਰਤਾ ਗੱਦੀ ਮਿਲੇਗੀ। ਬਾਬਾ ਮੋਹਰੀ ਜੀ ਜਿਹੜੇ ਹੱਕ ਜਤਾਉਂਦੇ ਆ, ਬਾਬਾ ਮੋਹਰੀ ਜੀ ਨੂੰ ਤਾਂ ਆਪਣੀ ਜਗ੍ਹਾ ਤੇ ਭੇਜਿਆ ਸੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਬੜਾ ਵਿਸ਼ਵਾਸ ਸੀ, ਬੜੀ ਨੇੜਤਾ ਸੀ, ਸਾਰਿਆਂ ਦੇ ਮਨਾਂ ਦੇ ਵਿੱਚ ਸੀ ਵੀ ਬਾਬਾ ਮੋਹਨ ਜੀ ਜਾਂ ਬਾਬਾ ਮੋਹਰੀ ਜੀ, ਨਾ ਬਾਬਾ ਮੋਹਨ ਜੀ ਨਾ ਬਾਬਾ ਮੋਹਰੀ ਜੀ। ਤੇ ਕੌਣ ਸੀ? ਸਤਿਗੁਰੂ ਗੁਰੂ ਰਾਮਦਾਸ ਜੀ, ਜਿਨ੍ਹਾਂ ਦੇ ਬਾਰੇ ਦਾਸ ਸੇਵਕ ਬਣ ਕੇ ਜਿਹੜੇ ਰਹਿੰਦੇ, ਜਿਨ੍ਹਾਂ ਨੇ ਕਦੀ ਆਪਣਾ ਹੱਕ ਜਤਾਇਆ ਨਹੀਂ। ਜਦੋਂ ਉਹਨਾਂ ਨੂੰ ਗੁਰਤੇ ਗੱਦੀ ਪ੍ਰਾਪਤ ਹੋਈ ਨਾ, ਸਾਰੇ ਬੜੇ ਹੈਰਾਨ ਹੋਏ ਵੀ ਆਹ ਕੀ ਹੋ ਗਿਆ। ਇਸ ਕਰਕੇ ਸਾਰੇ ਦੇ ਸਾਰੇ ਦੌੜ ਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਦੀਵਾਨਾਂ ਦੇ ਵਿੱਚ ਪਹੁੰਚ ਰਹੇ ਆ। ਬੜਾ ਪਿਆਰਾ ਇਤਿਹਾਸ ਹੈ। ਆਉਣ ਵਾਲੇ ਦੀਵਾਨਾਂ ਦੇ ਵਿੱਚ ਗੁਰੂ ਕਿਰਪਾ ਦੇ ਨਾਲ ਆਪਾਂ ਇਸੇ ਤਰ੍ਹਾਂ ਹੀ ਸਾਂਝਾ ਕਰਾਂਗੇ ਕਿਵੇਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣਾ ਅੰਤਮ ਸਮੇਂ ਵੇਲੇ ਜਿਹੜਾ ਆ ਉਹ ਆਪਣਾ ਜੋਤੀ ਜੋਤ ਸਮਾਉਂਦੇ ਆ। ਗੁਰਤਾ ਗੱਦੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋ ਚੁੱਕੀ ਆ। ਇੱਥੇ ਚੇਤੇ ਰੱਖਿਓ, ਬਾਬਾ ਮੋਹਨ ਜੀ ਨੂੰ ਕਹਿਣਾ ਵੀ ਟੇਕ ਮੱਥਾ, ਤੇ ਬਾਬਾ ਮੋਹਨ ਜੀ ਕੀ ਕਹਿੰਦੇ ਆ ਕਿ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਣਗੇ ਜਾਂ ਨਹੀਂ ਟੇਕਣਗੇ, ਉਹ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ, ਹੋਈਆਂ ਭੁੱਲਾਂ ਲਈ ਮੁਆਫੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।